ਮਾਣ ਕਰਦੇ ਹਾਂ ਕਿ ਅਸੀਂ ਇੰਡੀਅਨ ਵੀ ਹਾਂ ਔਰ ਅਸੀਂ ਆਸਟ੍ਰੇਲੀਅਨ ਵੀ ਹਾਂ ਔਰ ਅਸੀਂ ਇਹ ਡੈਮੋਕ੍ਰੈਟਿਕ ਪ੍ਰੋਸੈਸ ਬਿਲੀਵ ਕਰਦੇ ਹਾਂ ਔਰ ਉਸੇ ਤਰੀਕੇ ਹੀ ਆਪਣੀ ਮੰਗਾਂ ਰੱਖਾਂਗੇ ਜਿਹੜਾ ਕਿ ਪੀਸਫੁਲ ਸੰਘਰਸ਼ ਉੱਥੇ ਸਾਡੇ ਵੱਡੇ ਵਡੇਰੇ ਕਰ ਰਹੇ ਨੇ, ਸਾਡੇ ਭਰਾ ਸਾਡੀ ਬੀਬੀਆਂ ਭੈਣਾਂ ਬੈਠੀਆਂ ਹੋਈਆਂ, ਅਸੀਂ ਵੀ ਉਸ ਤਰ੍ਹਾਂ ਹੀ ਕਰਦੇ ਪਏ ਹਾਂ। ਇੱਥੇ ਮੇਰੀ ਬੇਨਤੀ ਹੈ ਕਿ ਕੁਝ ਇਸ ਤਰ੍ਹਾਂ ਦਾ ਗਰੁੱਪ ਬਣਾ ਕੇ ਕੌਂਸਲ ਜਨਰਲ ਦੇ ਆਫਿਸ ਦੇ ਸਾਹਮਣੇ ਇਸੇ ਤਰੀਕੇ ਦੀ ਮੁਜ਼ਾਹਰਾ ਕੀਤਾ ਜਾਏ ਔਰ ਉਹਨਾਂ ਦੀ ਆਪਣੀ ਮੰਗਾਂ ਦਿਖਾਈ ਜਾਣ। ਅਸੀਂ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਇਸੇ ਚੀਜ਼ ਨੂੰ ਆਪਣੀ ਮੰਗ ਨੂੰ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦੇ ਹਾਂ ਤੇ ਜਿਹੜੇ ਵੀ ਸਾਡੇ ਵੀਰ ਭੈਣ ਇੰਡੀਆ 'ਚ ਇਹ ਇਵੈਂਟ ਅੱਜ ਫੋਲੋ ਕਰ ਰਹੇ ਨੇ ਜਾਂ ਫੋਲੋ ਕਰਨਗੇ ਉਹ ਸਮਝ ਲੈਣ, ਉਹ ਯਾਦ ਕਰ ਲੈਣ ਕਿ ਆਸਟ੍ਰੇਲੀਆ ਵਿੱਚ ਵੀ ਸਿੱਖਾਂ ਨੇ ਡੈਮੋਕ੍ਰੈਟਿਕ ਪ੍ਰੋਸੈਸ 'ਚ ਫੋਲੋ ਕਰਦੇ ਹੋਏ ਡੈਮੋਕ੍ਰੈਟਿਕ ਰਾਈਟਸ ਔਰ ਆਪਣੇ ਹਿਊਮਨ ਰਾਈਟਸ ਲਈ ਇਹ ਕੰਮ ਕੀਤੇ ਨੇ। ਸੋ ਅਸੀਂ ਜੋ ਵੀ ਕਰ ਰਹੇ ਹਾਂ, ਜਿਸ ਤਰੀਕੇ ਵੀ ਕਰ ਰਹੇ ਹਾਂ ਉਹ ਬਿਲਕੁਲ ਸਹੀ ਹੈ। जिस तरह आप सब आए हो तो ये ना समझो कि ਤੁਹਾਡੇ ਬਜ਼ੁਰਗ ਕੋਈ ਉਸ ਤਰ੍ਹਾਂ ਸੀਗੇ, नहीं, वो भी 125 130 150 साल पहले इससे धरती ते इंग्लिश के टेस्ट पास कर करके आते होंगे सी और उन्होंने भी अपील की, फंड रेजिंग की, अपने हकों लिए लड़े। इत्थे 1929 90 साल पहले इत्थे संस्कार का कानून बनया सी। आस्ट्रेलिया क्रिश्चियन कंट्री होने करके इत्थे संस्कार करना अलाउड नहीं सी। सारे तो रूल से उन्होंने दफनाया जाएगा, लेकिन सिखा ने जो भी उन्होंने डेथ होंगी सी किसी भी दूजे उसका संस्कार ही करते सी और गौरमेंट तो परमिशन लैके। जिथे किसानों वालों पंजाब और पूरे देश में केंद्र की मोदी सरकार के खिलाफ नवे लिआंदे खेती कानूनों को रद्द करवाउण लई दिल्ली विखे धरने दिते जा रहे हैं, उत्थे ही पूरी दुनिया दे विच किसानी नाल संबंधित रखण वाले या पंजाबीयत नाल संबंधित रखण वाले पंजाबियों वालों सिखां दी हमायत दे विच अपने मुल्कां दे विच धरने दिते जा रहे हैं। अजिहे विच आस्ट्रेलिया दे विच पंजाबियों वालों किसानां दे हक विच आस्ट्रेलिया दी धरती ते धरना दिता जा रहा है अते केंद्र दी मोदी सरकार दे खिलाफ जम के नारेबाजी की जा रही है अते ये भी दस्सिया जा रहा है कि किस तरह पुराने समय विच भी सिखां वालों अपनियां हक्की मंगां नूं लै के संघर्ष किया गया सी अते भारत देश के होरनां सूबिਆਂ ਦੇ ਵਿੱਚ ਪਏ ਕਾਲ ਦੇ ਦੌਰਾਨ किस तरह सिखां ने मदद की सी ਅਤੇ किस तरह फंड इकट्ठा करके उन्हां काल पए इलाकिਆਂ ਨੂੰ बहाल किया सी। इस तो इलावा वीडियो ਦੇ ਵਿੱਚ ਹੋਰ ਕੀ ਕਹਿਣਾ ਕਿਸਾਨਾਂ ਦਾ ਆਓ ਸੁਣਦੇ ਹਾਂ। ਆਸਟ੍ਰੇਲੀਅਨ ਕਸਟਮ ਹੈ ਕਿ ਸਭ ਤੋਂ ਪਹਿਲੇ ਅਸੀਂ ਜਿਹੜੇ ਇਸ ਕੰਟਰੀ ਦੇ ਇਸ ਰੀਜਨ ਦੇ ਜਿਹੜੇ ਸਭ ਤੋਂ ਓਰੀਜਨਲ ਨੁਮਾਇੰਦੇ ਨੇ ਜਿਹੜੇ ਵਾਜੂਕ ਪੀਪਲ ਨੂੰਗਾਰ ਕੰਟਰੀ ਦੇ, ਅਸੀਂ ਉਹਨਾਂ ਨੂੰ ਰਿਸਪੈਕਟ ਕਰਦੇ ਹਾਂ ਔਰ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਜੋ ਵੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਅੱਜ ਤੱਕ और आज भी चल रही है और फ्यूचर भी चलती रहेगी। सो वी एक्नॉलेज द ट्रेडिशनल ओनर्स ऑफ दिस लैंड, द वुजाक कंट्री, द नुंगार पीपल ऑफ दिस लैंड। आप सब बहुत ही जोश नाल इस इवेंट च शामिल होए हो और मैं सब तो पहले धन्यवाद करता हूँ वीरां दा जिन्होंने ये इवेंट ऑर्गेनाइज किया और सारे जथेबंदियां ने जिन्होंने कि पूरा ਹੁੰਗਾਰਾ दिता और उन्होंने सपोर्ट की और आप सब तुसी इत्थे आके अपने ਜਿਹੜੇ ਵੱਡੇ ਵਡੇਰੇ ਆਪਣੇ ਭਰਾ ਆਪਣੇ ਬਜ਼ੁਰਗ ਜਿਹੜੇ ਕਿ ਦਸੰਬਰ ਦੀ ਠੰਡ 'ਚ ਰਾਤ ਉੱਥੇ ਟਰਾਲੀਆਂ 'ਚ ਬੈਠੇ ਹੋਏ ਆ ਤੇ ਅਸੀਂ ਇੱਥੇ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਦੀ ਸਪੋਰਟ ਲਈ ਇਹ ਮੁਜ਼ਾਹਰਾ ਕਰ ਰਹੇ ਹਾਂ ਕਿ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਤੇ ਇਹ ਗੱਲ ਪਹੁੰਚੇ। ਬਾਕੀ ਸਾਰੇ ਬੁਲਾਰੇ ਨੇ ਆਪਣੇ ਆਪਣੇ ਵਿਚਾਰ ਦੱਸੇ ਨੇ ਔਰ ਮੈਂ ਇੱਥੇ ਆਪ ਨੂੰ ਜਿਹੜੀ ਇਸ ਕੰਟਰੀ ਦੀ ਇਸ ਥਾਂ ਦੀ ਜਿੱਥੇ ਅੱਜ ਤੁਸੀਂ ਬੈਠੇ ਹੋਏ ਹੋ ਐਗਜ਼ੈਕਟਲੀ ਇਸੇ ਥਾਂ ਤੇ ਅੱਜ ਤੋਂ 90 ਸਾਲ ਪਹਿਲੇ ਕੀ ਹੋਇਆ, ਅੱਜ ਤੋਂ 120 ਸਾਲ ਪਹਿਲੇ ਕੀ ਹੋਇਆ ਕਿ ਜੋ ਸੰਘਰਸ਼ ਅੱਜ ਸਾਡੇ ਬਜ਼ੁਰਗ ਸਾਡੇ ਫੈਮਿਲੀ ਵਾਲੇ ਉੱਥੇ ਇੰਡੀਆ 'ਚ ਕਰ ਰਹੇ ਨੇ ਡੈਮੋਕ੍ਰੈਟਿਕ ਤਰੀਕੇ ਨਾਲ, ਇੱਕ ਡੈਮੋਕ੍ਰੈਟਿਕ ਪ੍ਰੋਸੈਸ, ਇੱਕ ਡੈਮੋਕ੍ਰੈਟਿਕ ਸੋਸਾਇਟੀ, ਇੱਕ ਡੈਮੋਕ੍ਰੈਟਿਕ ਸਿਸਟਮ ਨਾਲ ਕਰ ਰਹੇ ਨੇ, ਉਹੀ ਅਸੀਂ ਸਿੱਖਾਂ ਨੇ ਇੱਥੇ ਕੀਤਾ ਹੈ। ਤੁਸੀਂ ਆਪ ਉਸ ਸਭ ਦੇ ਵਾਰਿਸ ਹੋ, ਇੰਡੀਆ ਵੀ ਆਸਟ੍ਰੇਲੀਆ ਵੀ। ਇੱਥੇ ਜਦੋਂ ਸਿੱਖ ਆਏ 1880 1870 'ਚ ਉਹਨਾਂ ਨੂੰ ਇਕੁਅਲ ਰਾਈਟਸ ਨਹੀਂ ਸੀ, लेकिन जो इंडिया तो तुरते से उन्होंने दसिया जाता सी जिथे भी जाओगे तो इक्वल राइट्स होंगे, पर इत्थे नहीं सी। इत्थे 1898 130 साल पहले 122 साल पहले सिखा ने अपने हक लिए इत्थे पटीशन दी। पटीशन की कॉपी मेरे को पई हुई है जिस विच 45 सिखा ने गुरमुखी साइन किए सी, वो इक्वल राइट्स लिए लड़ रहे हैं। अज असी उत्थे इंडिया च भी यही कर रहे हैं। दूसरी गल 1888 1900 ਦੇ ਲਗਭਗ ਇੰਡੀਆ 'ਚ ਬੰਗਾਲ 'ਚ ਅਕਾਲ ਪਿਆ ਸੀ, ਕਾਫੀ ਥਾਵਾਂ ਤੇ ਅਕਾਲ ਪਿਆ ਸੀ। ਆਸਟ੍ਰੇਲੀਆ ਦੇ ਸਿੱਖਾਂ ਨੇ ਉਦੋਂ ਫੰਡ ਰੇਜ਼ਿੰਗ ਕਰਕੇ ਇੱਥੋਂ ਦਾ ਜਿਹੜਾ ਅਖਬਾਰ ਹੈ ਵੈਸਟ ਆਸਟ੍ਰੇਲੀਅਨ, ਇਹਦੇ ਵਿੱਚ ਗੁਰਮੁਖੀ 'ਚ ਅਪੀਲ ਕੀਤੀ ਸੀ ਕਿ ਕੰਟਰੀਬਿਊਸ਼ਨ ਕਰੋ ਔਰ ਉਹਨਾਂ ਦਾ ਸਪੋਰਟ ਕਰੋ। ਪਿੱਛੇ ਆਪਣੀ ਯਾਦ ਨੂੰ 1900 'ਚ ਲੈ ਕੇ ਜਾਓ
प्री इंडिपेंडेंस किथे लाहौर, किथे ढाका, किथे बांग्लादेश, लेकिन आस्ट्रेलिया इत्थे पर्थ विखे तकरीबन मैक्सिमम 150 सिख होणगे। उन्होंने फैमिली लियाना अलाउड नहीं सी, ना ही इत्थे विआह करना अलाउड सी। उन्होंने उत्थे इंडिया च ਜਦੋਂ ਅਕਾਲ ਪਿਆ, ਜਦੋਂ ਲੋੜ ਪਈ ਤੇ ਮਦਦ ਕੀਤੀ। ਅੱਜ ਅਸੀਂ ਸੋਸ਼ਲ ਮੀਡੀਆ 2020 ਚ ਉਹੀ ਕੰਮ ਕਰ ਰਹੇ ਹਾਂ ਤੇ ਅਸੀਂ ਕੋਈ ਨया ਨਹੀਂ ਕਰ ਰਹੇ, ਅਸੀਂ ਵੀ ਉਹੀ ਉਹਨਾਂ ਦੇ ਪੂਰਨੀਆਂ ਤੇ ਚੱਲ ਰਹੇ ਹਾਂ, ਉਹਨਾਂ ਦੇ ਫੁੱਟਸਟੈਪਸ ਫੋਲੋ ਕਰ ਰਹੇ ਹਾਂ। ਉਸ ਤੋਂ ਉਪਰੰਤ ਆ ਜਿਹੜਾ ਪਾਰਲੀਮੈਂਟ ਹੈ, ਪਾਰਲੀਮੈਂਟ ਆਫ ਵੈਸਟ ਆਸਟ੍ਰੇਲੀਆ, ਇਹ ਬੜੀ ਇਤਿਹਾਸਿਕ ਥਾਂ ਹੈ। ਇੱਥੇ 1929 90 ਸਾਲ ਪਹਿਲੇ ਇੱਥੇ ਸੰਸਕਾਰ ਦਾ ਕਾਨੂੰਨ ਬਣਿਆ ਸੀ। ਆਸਟ੍ਰੇਲੀਆ क्रिश्चियन कंट्री होने करके इतने संस्कार करना अलाउड नहीं सी। सारे का रूल सी कि उन्होंने दफनाया जाएगा, लेकिन सिखा ने जो भी उन्होंने डेथ होंगी सी किसी की दूजे उहदा संस्कार ही करते सी और गवर्नमेंट तो परमिशन लैके। फिर पार्लीमेंट ने इत्थे 1929 क्रिमेशन एक्ट पास किया सिखा करके। फिर मैं तुहानूं याद दिला दा, मैक्सिमम 150 बंदे, कोई फैमिली नहीं। और तुसी हुण डेमोक्रेटिक सिस्टम का हाल देखो, पार्लीमेंट विच अगर पास होया होएगा तो घट्टो घट्ट 75% एब्सोल्यूट मेजोरिटी चाहिए होंदी है। वो नहीं कि धक्के नाल ऑर्डिनेंस पास करता उत्ते रात नूं कोविड लगा होया सी। इन्हां ने पूरे डेमोक्रेटिक प्रोसेस, मतलब लेबर पार्टी, लिबरल पार्टी, ओपोजिशन और रूलिंग पार्टी दोवां एग्री कीते होणगे। सो और ये जिहड़े 150 बंदे सी, ना कोई सिटीजन सी ना कोई परमानेंट रेजिडेंट सी। उदों भी ये एक वीजा लैके आते सी और इंग्लिश का टेस्ट पास करके आते सी। जिस तरह आप सब आए हो तो ये ना समझो कि तुहाडे बुजुर्ग कोई उस तरह सीगे, नहीं, वो भी 125 130 150 साल पहले इसे धरती ते इंग्लिश के टेस्ट पास कर करके आते होंगे सी। और उन्होंने भी अपील की, फंड रेजिंग की, अपने हकों लिए लड़े और अपने ट्रेडिशन कल्चर नूं बचाते हुए कीते। सो असी भी अज वही मान करते हैं कि असी इंडियन भी हाँ और असी आस्ट्रेलियन भी हाँ और असी ये डेमोक्रेटिक प्रोसेस बिलीव करते हैं और उस तरीके ही अपनी मंगा रखांगे। जोड़ा कि पीसफुल संघर्ष उत्थे साडे वड्डे वडेरे कर रहे हैं, साडे भरा साडी बीबियां भैणां बैठियां हुई हैं, असी भी उस तरह ही करते पे हैं इत्थे। लेकिन हुण फ्यूचर इस तो बाद की, मेरी सारे नाल बेनती है कि कोई इस तरह का ग्रुप बनाया जाए कि जिस तरह की ये एक्टिविटीज चालू रहन। नेक्स्ट, जिस तरह की कौंसल जनरल ने कई उस तरह के पोस्ट पा रहे हैं या इंफॉर्मेशन कर रहे हैं, मेरी बेनती है कि कुछ इस तरह का ग्रुप बना के कौंसल जनरल के ऑफिस के सामने इस तरीके की मुजाहरा किया जाए और उन्होंने अपनी मंगा दिखाई जाए। असी डेमोक्रेटिक प्रोसेस को फॉलो करते हुए इस चीज़ को अपनी मंग को इंटरनेशनल लेवल तक जा सकते हैं। तो जेडे भी साडे वीर भैन इंडिया च ये इवेंट अज फॉलो कर रहे हैं या फॉलो करनगे, वो समझ लैन और याद कर लैन कि आस्ट्रेलिया विच भी सिखा ने डेमोक्रेटिक प्रोसेस फॉलो करते हुए डेमोक्रेटिक राइट्स और अपने ह्यूमन राइट्स लिए ये काम किए ने। सो असी जो भी कर रहे हैं, जिस तरीके भी कर रहे हैं, वो बिल्कुल सही है। सो जिस तरह आप देख रहे हैं कि उत्थे भी अज लंगर पक रहे हैं और लंगर वरताए जा रहे हैं, तो लंगर नहीं पक रहा, ये इंडिया जो फ्यूचर पक रहा है। इतने कोई पॉलिटिकल लीडरशिप नहीं है, कोई रिलीजियस आगू नहीं है, लेकिन एक पूरे सब कॉन्टीनेंट एक नवी दिशा, एक नवी सोच आ रही है कि इस तरह हम फ्यूचर की होएगा। इस तरह इतने भी लोगों ने ऐसे ही काम किए ने। इसे दे नाल ही हुण मैं बेनती करता हूँ कि सारे भी इकट्ठे होकर हुण अरदास विच शामिल हो। और आस्ट्रेलियन कस्टम है कि सब तो पहले असी जिहड़े इस कंट्री दे इस रीजन के जिहड़े सब तो ओरिजिनल नुमाइंदे ने, जे वाजू पीपल नूंगार कंट्री दे, असी उन्होंने रिस्पैक्ट करते हैं और उन्होंने याद करते हैं कि जो भी उन्होंने कॉन्ट्रीब्यूशन है अज तक और अज भी चल रही है और फ्यूचर भी चलती रहेगी। सो वी एक्नॉलेज द ट्रेडिशनल ओनर्स ऑफ दिस लैंड, द वुजा कंट्री, द नूंगार पीपल ऑफ दिस लैंड। आप सब बहुत ही जोश नाल इस इवेंट च शामिल होए हो और मैं सब तो पहले धन्यवाद करता हूँ वीरां दा जिन्होंने ये इवेंट ऑर्गेनाइज किया और सारे जथेबंदियां ने जिन्होंने कि पूरा ਹੁੰਗਾਰਾ दिता और उन्होंने सपोर्ट की। और आप सब तुसी इत्थे आके अपने जिहड़े वड्डे वडेरे अपने भरा अपने बजुर्ग जिहड़े कि दिसंबर की ठंड च रात उत्थे ट्रॉलियां च बैठे हुए हैं, तो असी इत्थे उन्हों की हौसला अफजाई लिए उन्होंने सपोर्ट लिए मुजाहरा कर रहे हैं कि पूरी इंटरनेशनल कम्यूनिटी ते ये गल पहुंचे। बाकी सारे बुलारे ने अपने अपने विचार दसे ने और मैं इत्थे आप नूं जिहड़ी इस कंट्री की इस थां दी जिथे अज तुसी बैठे हुए हो एग्जैक्टली इसे थां ते अज तो 90 साल पहले की होया, अज तो 120 साल पहले की होया कि जो संघर्ष अज साडे
ਬਜ਼ੁਰਗ ਸਾਡੇ ਫੈਮਿਲੀ ਵਾਲੇ ਉੱਥੇ ਇੰਡੀਆ 'ਚ ਕਰ ਰਹੇ ਨੇ ਡੈਮੋਕ੍ਰੈਟਿਕ ਤਰੀਕੇ ਨਾਲ, ਇੱਕ ਡੈਮੋਕ੍ਰੈਟਿਕ ਪ੍ਰੋਸੈਸ, ਇੱਕ ਡੈਮੋਕ੍ਰੈਟਿਕ ਸੋਸਾਇਟੀ, ਇੱਕ ਡੈਮੋਕ੍ਰੈਟਿਕ ਸਿਸਟਮ ਨਾਲ ਕਰ ਰਹੇ ਨੇ। ਉਹੀ ਅਸੀਂ ਸਿੱਖਾਂ ਨੇ ਇੱਥੇ ਕੀਤਾ ਹੈ। ਤੁਸੀਂ ਆਪ ਉਸ ਸਭ ਦੇ ਵਾਰਿਸ ਹੋ, ਇੰਡੀਆ ਵੀ ਆਸਟ੍ਰੇਲੀਆ ਵੀ। ਇੱਥੇ ਜਦੋਂ ਸਿੱਖ ਆਏ 1880 1870 'ਚ ਉਹਨਾਂ ਨੂੰ ਇਕੁਅਲ ਰਾਈਟਸ ਨਹੀਂ ਸੀ, ਲੇਕਿਨ ਜਦੋਂ ਇੰਡੀਆ ਤੋਂ ਤੁਰਦੇ ਸੀ ਉਹਨਾਂ ਨੂੰ ਦੱਸਿਆ ਜਾਂਦਾ ਸੀ ਜਿੱਥੇ ਵੀ ਜਾਓਗੇ ਤੁਹਾਨੂੰ ਇਕੁਅਲ ਰਾਈਟਸ ਹੋਣਗੇ, ਪਰ ਇੱਥੇ ਨਹੀਂ ਸੀ। ਇੱਥੇ 1898 130 ਸਾਲ ਪਹਿਲੇ 122 ਸਾਲ ਪਹਿਲੇ ਸਿੱਖਾਂ ਨੇ ਆਪਣੇ ਹੱਕ ਲਈ ਇੱਥੇ ਪਟੀਸ਼ਨ ਦਿੱਤੀ। ਪਟੀਸ਼ਨ ਦੀ ਕਾਪੀ ਮੇਰੇ ਕੋਲ ਪਈ ਹੋਈ ਹੈ, ਜਿਸ ਵਿੱਚ 45 ਸਿੱਖਾਂ ਨੇ ਗੁਰਮੁਖੀ 'ਚ ਸਾਈਨ ਕੀਤੇ ਸੀ। ਉਹ ਇਕੁਅਲ ਰਾਈਟਸ ਲਈ ਲੜ ਰਹੇ ਨੇ। ਅੱਜ ਅਸੀਂ ਉੱਥੇ ਇੰਡੀਆ 'ਚ ਵੀ ਇਹੀ ਕਰ ਰਹੇ ਹਾਂ। ਦੂਸਰੀ ਗੱਲ, 1888 1900 ਦੇ ਲਗਭਗ ਇੰਡੀਆ 'ਚ ਬੰਗਾਲ 'ਚ ਅਕਾਲ ਪਿਆ ਸੀ, ਕਾਫੀ ਥਾਵਾਂ ਤੇ ਅਕਾਲ ਪਿਆ ਸੀ। ਆਸਟ੍ਰੇਲੀਆ ਦੇ ਸਿੱਖਾਂ ਨੇ ਉਦੋਂ ਫੰਡ ਰੇਜ਼ਿੰਗ ਕਰਕੇ ਇੱਥੋਂ ਦਾ ਜਿਹੜਾ ਅਖਬਾਰ ਹੈ ਵੈਸਟ ਆਸਟ੍ਰੇਲੀਅਨ, ਇਹਦੇ ਵਿੱਚ ਗੁਰਮੁਖੀ 'ਚ ਅਪੀਲ ਕੀਤੀ ਸੀ ਕਿ ਕੰਟਰੀਬਿਊਸ਼ਨ ਕਰੋ ਔਰ ਉਹਨਾਂ ਦਾ ਸਪੋਰਟ ਕਰੋ। ਪਿੱਛੇ ਆਪਣੀ ਯਾਦ ਨੂੰ 1900 'ਚ ਲੈ ਕੇ ਜਾਓ। ਪ੍ਰੀ ਇੰਡੀਪੈਂਡੈਂਸ ਕਿੱਥੇ ਲਾਹੌਰ, ਕਿੱਥੇ ਢਾਕਾ, ਕਿੱਥੇ ਬੰਗਲਾਦੇਸ਼, ਲੇਕਿਨ ਆਸਟ੍ਰੇਲੀਆ 'ਚ ਇੱਥੇ ਪਰਥ ਵਿਖੇ ਤਕਰੀਬਨ ਮੈਕਸਿਮਮ 150 ਸਿੱਖ ਹੋਣਗੇ। ਉਹਨਾਂ ਨੂੰ ਫੈਮਿਲੀ ਲਿਆਉਣਾ ਅਲਾਉਡ ਨਹੀਂ ਸੀ, ਨਾ ਹੀ ਇੱਥੇ ਵਿਆਹ ਕਰਨਾ ਅਲਾਉਡ ਸੀ। ਉਹਨਾਂ ਨੇ ਉੱਥੇ ਇੰਡੀਆ 'ਚ ਜਦੋਂ ਅਕਾਲ ਪਿਆ, ਜਦੋਂ ਲੋੜ ਪਈ ਤੇ ਮਦਦ ਕੀਤੀ। ਅੱਜ ਅਸੀਂ ਸੋਸ਼ਲ ਮੀਡੀਆ 2020 'ਚ ਉਹੀ ਕੰਮ ਕਰ ਰਹੇ ਹਾਂ ਤੇ ਅਸੀਂ ਕੋਈ ਨया ਨਹੀਂ ਕਰ ਰਹੇ। ਅਸੀਂ ਵੀ ਉਹੀ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ, ਉਹਨਾਂ ਦੇ ਫੁੱਟ ਸਟੈਪਸ ਫੋਲੋ ਕਰ ਰਹੇ ਹਾਂ। ਉਸ ਤੋਂ ਉਪਰੰਤ ਆ ਜਿਹੜਾ ਪਾਰਲੀਮੈਂਟ ਹੈ, ਪਾਰਲੀਮੈਂਟ ਆਫ ਵੈਸਟ ਆਸਟ੍ਰੇਲੀਆ, ਇਹ ਬੜੀ ਇਤਿਹਾਸਿਕ ਥਾਂ ਹੈ। ਇੱਥੇ 1929 90 ਸਾਲ ਪਹਿਲੇ ਇੱਥੇ ਸੰਸਕਾਰ ਦਾ ਕਾਨੂੰਨ ਬਣਿਆ ਸੀ। ਆਸਟ੍ਰੇਲੀਆ ਕ੍ਰਿਸਚੀਅਨ ਕੰਟਰੀ ਹੋਣ ਕਰਕੇ ਇੱਥੇ ਸੰਸਕਾਰ ਕਰਨਾ ਅਲਾਉਡ ਨਹੀਂ ਸੀ। ਸਾਰਿਆਂ ਦਾ ਰੂਲ ਸੀ ਕਿ ਉਹਨਾਂ ਨੂੰ ਦਫਨਾਇਆ ਜਾਏਗਾ, ਲੇਕਿਨ ਸਿੱਖਾਂ ਨੇ ਜਦੋਂ ਵੀ ਉਹਨਾਂ ਦੀ ਡੈਥ ਹੁੰਦੀ ਸੀ ਕਿਸੇ ਦੀ, ਦੂਜੇ ਉਹਦਾ ਸੰਸਕਾਰ ਹੀ ਕਰਦੇ ਸੀ ਔਰ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ। ਫਿਰ ਪਾਰਲੀਮੈਂਟ ਨੇ ਇੱਥੇ 1929 ਚ ਕ੍ਰਿਮੇਸ਼ਨ ਐਕਟ ਪਾਸ ਕੀਤਾ ਸਿੱਖਾਂ ਕਰਕੇ। ਫਿਰ ਮੈਂ ਤੁਹਾਨੂੰ ਯਾਦ ਦਿਲਾ ਦਾਂ, ਮੈਕਸਿਮਮ 150 ਬੰਦੇ, ਕੋਈ ਫੈਮਿਲੀ ਨਹੀਂ। ਔਰ ਤੁਸੀਂ ਹੁਣ ਡੈਮੋਕ੍ਰੈਟਿਕ ਸਿਸਟਮ ਦਾ ਹਾਲ ਦੇਖੋ, ਪਾਰਲੀਮੈਂਟ ਵਿੱਚ ਅਗਰ ਪਾਸ ਹੋਇਆ ਹੋਏਗਾ ਤੇ ਘੱਟੋ ਘੱਟ 75% ਐਬਸੋਲੂਟ ਮੈਜੋਰਿਟੀ ਚਾਹੀਦੀ ਹੁੰਦੀ ਹੈ। ਉਹ ਨਹੀਂ ਕਿ ਧੱਕੇ ਨਾਲ ਆਰਡੀਨੈਂਸ ਪਾਸ ਕਰਤਾ, ਉੱਤੇ ਰਾਤ ਨੂੰ ਕੋਵਿਡ ਲੱਗਾ ਹੋਇਆ ਸੀ। ਇਹਨਾਂ ਨੇ ਪੂਰੇ ਡੈਮੋਕ੍ਰੈਟਿਕ ਪ੍ਰੋਸੈਸ, ਮਤਲਬ ਲੇਬਰ ਪਾਰਟੀ, ਲਿਬਰਲ ਪਾਰਟੀ, ਆਪੋਜੀਸ਼ਨ ਔਰ ਰੂਲਿੰਗ ਪਾਰਟੀ ਦੋਵਾਂ ਐਗਰੀ ਕੀਤੇ ਹੋਣਗੇ। ਸੋ ਔਰ ਇਹ ਜਿਹੜੇ 150 ਬੰਦੇ ਸੀ, ਨਾ ਕੋਈ ਸਿਟੀਜ਼ਨ ਸੀ ਨਾ ਕੋਈ ਪਰਮਾਨੈਂਟ ਰੈਜ਼ੀਡੈਂਟ ਸੀ। ਉਦੋਂ ਵੀ ਇਹ ਇੱਕ ਵੀਜ਼ਾ ਲੈ ਕੇ ਆਉਂਦੇ ਸੀ ਔਰ ਇੰਗਲਿਸ਼ ਦਾ ਟੈਸਟ ਪਾਸ ਕਰਕੇ ਆਉਂਦੇ ਸੀ। ਜਿਸ ਤਰ੍ਹਾਂ ਆਪ ਸਭ ਆਏ ਹੋ ਤਾਂ ਇਹ ਨਾ ਸਮਝੋ ਕਿ ਤੁਹਾਡੇ ਬਜ਼ੁਰਗ ਕੋਈ ਉਸ ਤਰ੍ਹਾਂ ਸੀਗੇ, ਨਹੀਂ। ਉਹ ਵੀ 125 130 150 ਸਾਲ ਪਹਿਲੇ ਇਸੇ ਧਰਤੀ ਤੇ ਇੰਗਲਿਸ਼ ਦੇ ਟੈਸਟ ਪਾਸ ਕਰਕੇ ਆਉਂਦੇ ਹੁੰਦੇ ਸੀ। ਔਰ ਉਹਨਾਂ ਨੇ ਵੀ ਅਪੀਲ ਕੀਤੀ, ਫੰਡ ਰੇਜ਼ਿੰਗ ਕੀਤੀ, ਆਪਣੇ ਹੱਕਾਂ ਲਈ ਲੜੇ ਔਰ ਆਪਣੇ ਟ੍ਰੈਡੀਸ਼ਨ ਕਲਚਰ ਨੂੰ ਬਚਾਉਂਦੇ ਹੋਏ ਕੀਤੇ। ਸੋ ਅਸੀਂ ਵੀ ਅੱਜ ਉਹੀ ਮਾਣ ਕਰਦੇ ਹਾਂ ਕਿ ਅਸੀਂ ਇੰਡੀਅਨ ਵੀ ਹਾਂ ਔਰ ਅਸੀਂ ਆਸਟ੍ਰੇਲੀਅਨ ਵੀ ਹਾਂ, ਔਰ ਅਸੀਂ ਇਹ ਡੈਮੋਕ੍ਰੈਟਿਕ ਪ੍ਰੋਸੈਸ ਬਿਲੀਵ ਕਰਦੇ ਹਾਂ ਔਰ ਉਸੇ ਤਰੀਕੇ ਹੀ ਆਪਣੀ ਮੰਗਾਂ ਰੱਖਾਂਗੇ। ਜਿਹੜਾ ਕਿ ਪੀਸਫੁਲ ਸੰਘਰਸ਼ ਉੱਥੇ ਸਾਡੇ ਵੱਡੇ ਵਡੇਰੇ ਕਰ ਰਹੇ ਨੇ, ਸਾਡੇ ਭਰਾ, ਸਾਡੀ ਬੀਬੀਆਂ ਭੈਣਾਂ ਬੈਠੀਆਂ ਹੋਈਆਂ, ਅਸੀਂ ਵੀ ਉਸ ਤਰ੍ਹਾਂ ਹੀ ਕਰਦੇ ਪਏ ਹਾਂ ਇੱਥੇ। ਲੇਕਿਨ ਹੁਣ ਫਿਊਚਰ ਇਸ ਤੋਂ ਬਾਅਦ ਕੀ? ਮੇਰੀ ਸਾਰਿਆਂ ਨਾਲ ਬੇਨਤੀ ਹੈ ਕਿ ਕੋਈ ਇਸ ਤਰ੍ਹਾਂ ਦਾ ਗਰੁੱਪ ਬਣਾਇਆ ਜਾਏ ਕਿ ਜਿਸ ਤਰ੍ਹਾਂ ਕਿ ਇਹ ਐਕਟੀਵਿਟੀਜ਼ ਚਾਲੂ ਰਹਿਣ। ਨੈਕਸਟ, ਜਿਸ ਤਰ੍ਹਾਂ ਕਿ ਕੌਂਸਲ ਜਨਰਲ ਨੇ ਕਈ ਉਸ ਤਰ੍ਹਾਂ ਦੇ ਪੋਸਟ ਪਾ ਰਹੇ ਨੇ ਜਾਂ ਇਨਫੋਰਮੇਸ਼ਨ ਕਰ ਰਹੇ ਨੇ, ਮੇਰੀ ਬੇਨਤੀ ਹੈ ਕਿ ਕੁਝ ਇਸ ਤਰ੍ਹਾਂ ਦਾ ਗਰੁੱਪ ਬਣਾ ਕੇ ਕੌਂਸਲ ਜਨਰਲ ਦੇ ਆਫਿਸ ਦੇ ਸਾਹਮਣੇ ਇਸੇ ਤਰੀਕੇ ਦੀ ਮੁਜ਼ਾਹਰਾ ਕੀਤਾ ਜਾਏ ਔਰ ਉਹਨਾਂ ਦੀ ਆਪਣੀ ਮੰਗਾਂ ਦਿਖਾਈ ਜਾਣ। ਅਸੀਂ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਇਸੇ ਚੀਜ਼ ਨੂੰ, ਆਪਣੀ ਮੰਗ ਨੂੰ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦੇ ਹਾਂ। ਤੇ ਜਿਹੜੇ ਵੀ ਸਾਡੇ ਵੀਰ ਭੈਣ ਇੰਡੀਆ 'ਚ ਇਹ ਇਵੈਂਟ ਅੱਜ ਫੋਲੋ ਕਰ ਰਹੇ ਨੇ ਜਾਂ ਫੋਲੋ ਕਰਨਗੇ, ਉਹ ਸਮਝ ਲੈਣ, ਉਹ ਯਾਦ ਕਰ ਲੈਣ ਕਿ ਆਸਟ੍ਰੇਲੀਆ ਵਿੱਚ ਵੀ ਸਿੱਖਾਂ ਨੇ ਡੈਮੋਕ੍ਰੈਟਿਕ ਪ੍ਰੋਸੈਸ 'ਚ ਫੋਲੋ ਕਰਦੇ ਹੋਏ ਡੈਮੋਕ੍ਰੈਟਿਕ ਰਾਈਟਸ ਔਰ ਆਪਣੇ ਹਿਊਮਨ ਰਾਈਟਸ ਲਈ ਇਹ ਕੰਮ ਕੀਤੇ ਨੇ। ਸੋ ਅਸੀਂ ਜੋ ਵੀ ਕਰ ਰਹੇ ਹਾਂ, ਜਿਸ ਤਰੀਕੇ ਵੀ ਕਰ ਰਹੇ ਹਾਂ, ਉਹ ਬਿਲਕੁਲ ਸਹੀ ਹੈ। ਸੋ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਉੱਥੇ ਵੀ ਅੱਜ ਲੰਗਰ ਪੱਕ ਰਹੇ ਨੇ ਔਰ ਲੰਗਰ ਵਰਤਾਏ ਜਾ ਰਹੇ ਨੇ, ਤੇ ਲੰਗਰ ਨਹੀਂ ਪੱਕ ਰਿਹਾ, ਇਹ ਇੰਡੀਆ ਦਾ ਫਿਊਚਰ ਪੱਕ ਰਿਹਾ ਹੈ। ਇੱਥੇ ਕੋਈ ਪੋਲੀਟੀਕਲ ਲੀਡਰਸ਼ਿਪ ਨਹੀਂ ਹੈ, ਕੋਈ ਰਿਲੀਜੀਅਸ ਆਗੂ ਨਹੀਂ ਹੈ, ਲੇਕਿਨ ਇੱਕ ਪੂਰੇ ਸਬ ਕੰਟੀਨੈਂਟ ਨੂੰ ਇੱਕ ਨਵੀਂ ਦਿਸ਼ਾ, ਇੱਕ ਨਵੀਂ ਸੋਚ ਆ ਰਹੀ ਹੈ ਕਿ ਇਸ ਤਰ੍ਹਾਂ ਹੁਣ ਫਿਊਚਰ ਕੀ ਹੋਏਗਾ। ਇਸੇ ਤਰ੍ਹਾਂ ਇੱਥੇ ਵੀ ਲੋਕਾਂ ਨੇ ਐਸੇ ਹੀ ਕੰਮ ਕੀਤੇ ਨੇ। ਇਸੇ ਦੇ ਨਾਲ ਹੀ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਵੀ ਇਕੱਠੇ ਹੋ ਕੇ ਹੁਣ ਅਰਦਾਸ ਵਿੱਚ ਸ਼ਾਮਿਲ। ਪ੍ਰਾਈਮ ਮੁੱਦੇ ਲਈ ਆਸਟ੍ਰੇਲੀਆ ਤੋਂ ਸਮਰ ਢਿੱਲੋਂ ਦੀ ਰਿਪੋਰਟ।